ਟੀਚਰਾਂ ਦੇ ਮੁੱਦੇ ਦੇ ਉੱਪਰ, ਕਿਉਂਕਿ ਟੀਚਰ ਅੱਜ ਵੀ ਪ੍ਰੋਟੈਸਟ ਕਰ ਰਹੇ ਨੇ, ਮੰਗਾਂ ਵੱਲ ਧਿਆਨ ਦਿੱਤਾ ਜਾਵੇਗਾ ਕਿ ਸੜਕਾਂ ਤੇ ਰਹਿਣਗੇ। ਇੱਦਾਂ ਕਰੋ, ਮੈਂ ਤੁਹਾਨੂੰ ਕਹਿਣਾ, ਤੁਹਾਡੇ ਮੀਡੀਆ ਦੇ ਹੋਰ ਦੋਸਤਾਂ ਨੂੰ ਕਹਿਣਾ, ਤੁਸੀਂ ਜੋ ਸੋਲੂਸ਼ਨ ਦੇ ਦਿਓਗੇ ਮੈਂ ਉਹ ਇੰਪਲੀਮੈਂਟ ਕਰ ਦੂੰਗਾ। ਮੇਰੀ ਗੱਲ ਸੁਣਿਓ, ਮੰਨਿਆ ਕਿ ਤੁਹਾਡੇ ਕੋਲ ਸਮਾਂ ਘੱਟ ਆ, ਅਸੀਂ ਮੰਨਦੇ। ਸਮੇਂ ਦੀ ਗੱਲ ਨਹੀਂ ਹੈ, ਇਹਨਾਂ ਦੀਆਂ ਜਿਹੜੀਆਂ ਕਨਫਲਿਕਟਿੰਗ ਇੰਟਰਸਟ ਹੈਗੇ ਆ, ਕਿਉਂਕਿ ਇੱਕ ਕਹਿੰਦਾ ਟੈਟ ਹੋਣਾ ਚਾਹੀਦਾ, ਇੱਕ ਕਹਿੰਦਾ ਨਹੀਂ ਹੋਣਾ ਚਾਹੀਦਾ। ਮੈਂ ਸਾਰੀ, ਮੇਰੇ ਕੋਲ 31,000 ਪੋਸਟਾਂ ਪਈਆਂ। ਤੁਸੀਂ ਇਸ ਗੱਲ ਨੂੰ ਸਮਝਦੇ ਆ, ਮੀਡੀਆ ਫੋਰਥ ਪਿਲਰ ਹੈ ਡੈਮੋਕ੍ਰੇਸੀ ਦਾ, ਕਿਉਂਕਿ ਜਿੰਨਾ ਚਿਰ ਅਸੀਂ ਗਵਰਨਮੈਂਟ ਦੇ ਰੂਲਾਂ ਦੇ ਮੁਤਾਬਕ ਉਹਨਾਂ ਦੀ ਭਰਤੀ ਨਹੀਂ ਕਰਾਂਗੇ, ਉਹਨਾਂ ਚਿਰ ਇਹ ਭਰਤੀ ਫਾਈਨਲ ਨਹੀਂ ਹੋਣੀ। ਮੇਰੇ ਕੋਲ 31,000 ਪੋਸਟਾਂ ਪਈਆਂ, ਮੈਂ ਖੁਦ ਕਹਿਣ ਡਿਆ 31,000 ਪਈਆਂ, ਲੇਕਿਨ ਅਲਟੀਮੇਟਲੀ ਕੀ ਆ ਕਿ ਸਮੇਂ ਤੇ ਇਹਦੀ ਡਾਇਵਰਸ਼ਨ ਹੋ ਗਈ। ਜਦੋਂ ਡਾਇਵਰਸ਼ਨ ਹੋ ਗਈ ਤੇ ਉਹਦੇ ਵਿੱਚ ਇਹ ਸਾਰੀਆਂ ਸਮੱਸਿਆਵਾਂ ਆਈਆਂ। ਕੋਰਟ ਕਹਿੰਦੀ ਆ ਕਿ ਤੁਸੀਂ ਲੈਵਲ ਪਾਰ ਇਹਨਾਂ ਨੂੰ ਨਹੀਂ ਲਿਆਂਦਾ। ਸੋ ਇਸ ਕਰਕੇ ਹਰ ਬੰਦੇ ਨੂੰ ਅਪਰਚੁਨਿਟੀ ਜਿਹੜੀ ਆ ਉਹ ਇੱਕੋ ਜਿਹੀ ਮਿਲਣੀ ਚਾਹੀਦੀ ਆ। ਇਸ ਕਰਕੇ ਸਮੱਸਿਆ ਹੈਗੀ ਆ, ਹੋਰ ਸਮੱਸਿਆ ਨਹੀਂ ਹੈ। ਅੱਜ ਵੀ 5:30 ਵਜੇ ਮੈਂ ਕਿਹਾ ਸਾਡੇ ਹੀ ਬੱਚੇ ਆ ਯਾਰ, 5:30 ਵਜੇ ਤੁਸੀਂ ਧਰਨਾ ਕਾਹਨੂੰ ਲਾਉਣਾ ਸੀ? ਮੇਰੇ ਕੋਲ 10 ਵਜੇ ਪੁੱਛ ਲੈਂਦੇ। ਮੈਂ 4185 ਪੋਸਟਾਂ ਜਿਹੜੀਆਂ ਉਹ ਇਹਨਾਂ ਲਈ ਪਾਸ ਕਰਾਈਆਂ। ਕਹਿੰਦੇ ਜੀ ਸਾਨੂੰ ਉਹਦੀ ਬਾਈਫਰਕੇਸ਼ਨ ਨਹੀਂ ਪਤਾ। ਜੇ ਹੁਣ ਇੱਦਾਂ ਵੀ ਅਸੀਂ ਧਰਨੇ ਲਾਉਣ ਲੱਗ ਪਏ ਆ। ਪ੍ਰਗਟ ਸਿੰਘ ਦੇ ਗਵਾਂਢੀ ਵੀ ਪਰੇਸ਼ਾਨ ਨੇ ਨਾ, ਕਹਿੰਦੇ ਪ੍ਰਗਟ ਸਿੰਘ ਮੰਤਰੀ ਕੀ ਬਣੇ, ਸਾਡਾ ਵੀ ਜੀਣਾ ਦੁਸ਼ਵਾਰ ਹੋ ਗਿਆ। ਨਹੀਂ ਦੇਖੋ, ਇਹ ਤਾਂ ਤੁਸੀਂ ਜਦੋਂ ਕਈ ਵਾਰੀ ਨਾ ਉੱਤੇ ਚੜ੍ਹ ਕੇ, ਕੋਈ ਟੈਂਕੀ ਤੇ ਚੜਿਆ ਹੁੰਦਾ, ਤੁਸੀਂ ਕੈਮਰਾ ਉਧਰ ਨੂੰ ਲੈ ਕੇ ਤੁਸੀਂ ਹਟ ਜਾਓਗੇ, ਬਹੁਤੇ ਤਾਂ ਹਟ ਜਾਣਗੇ। ਪਰ ਬੈਰੀਕੇਡਿੰਗ ਤਾਂ ਪੁਲਿਸ ਨੇ ਕੀਤੀ ਨਾ ਚਾਰੇ ਪਾਸੇ। ਬੈਰੀਕੇਡਿੰਗ ਦੀ ਗੱਲ ਨਹੀਂ ਹੈ, ਗੱਲ ਤਾਂ ਇਹ ਹੈ ਕਿ ਦੇਖੋ ਮੇਰੇ ਵੀ ਮਾਂ ਪਿਓ ਘਰ ਰਹਿੰਦੇ ਆ, ਕਿਉਂਕਿ ਇਹ ਤਾਂ ਨਹੀਂ ਹੈ ਮੈਂ ਕਹਿੰਦਾ ਡੈਮੋਕ੍ਰੈਟਿਕਲੀ ਕਰੋ। ਮੈਂ ਕਦੋਂ ਇਹਨਾਂ ਨੂੰ ਰੋਕਦਾ? ਮੈਂ, ਮੇਰਾ ਖਿਆਲ ਹੈ ਕਿ 10 ਵਾਰੀ ਇਹਨਾਂ ਨਾਲ ਮੀਟਿੰਗਾਂ ਕਰ ਲਈਆਂ। ਅੱਛਾ, ਸਮਝਾ ਕੇ ਉਹਦੀ ਇੰਪਲੀਮੈਂਟੇਸ਼ਨ ਵੱਲ ਨੂੰ ਤੁਰ ਪਏ ਆ। ਉਹਦੇ ਬਾਵਜੂਦ ਵੀ ਇਹਦੇ ਵਿੱਚ ਕਈ ਇਹੋ ਜਿਹੇ ਮਾੜੀਆਂ ਚੀਜ਼ਾਂ ਵੀ ਹੈਗੀਆਂ ਜਿਹੜੀਆਂ ਕਿ ਬੈਕ ਸਾਈਡ ਤੋਂ। ਪੱਤਰਕਾਰਾਂ ਨੂੰ ਬੜਾ ਘੇਰ ਰਹੇ ਹੋ ਅੱਜ ਕੱਲ, ਕਾਰਨ ਕੀ ਆ? ਪੱਤਰਕਾਰਾਂ ਨੇ ਕੀ ਵਿਗਾੜਤਾ? ਮੈਂ ਤਾਂ ਕਿਸੇ ਪੱਤਰਕਾਰ ਨੂੰ, ਮੈਂ ਤਾਂ ਇਹ ਕਹਿਣਾ ਕਿ ਜਦੋਂ ਤੁਸੀਂ ਤੁਸੀਂ ਲੌਜੀਕਲੀ ਸਮਝੋ, ਲੌਜੀਕਲੀ ਗੱਲ ਕਰਦੇ ਪਏ ਆਪਾਂ, ਕਿੱਡੀ ਵੱਡੀ ਵਾਰਤਾਲਾਪ ਹੁੰਦੀ ਪਈ ਹੈ। ਤੁਸੀਂ ਸਿਰਫ ਖਬਰ ਵਾਲਾ ਐਂਗਲ ਨਾ ਦੇਖੋ ਯਾਰ। ਤੁਹਾਡੇ ਬੱਚੇ ਵੀ ਇੱਥੇ ਪੜ੍ਹਨੇ ਆ, ਕੱਲ ਨੂੰ ਤੁਹਾਡੇ ਬੱਚਿਆਂ ਨੇ ਵੀ ਇੱਥੇ ਰਹਿਣਾ ਹੈਗਾ। ਆਪਾਂ ਜੇ ਸਾਰੇ ਇਸ ਜ਼ਿੰਮੇਵਾਰੀ ਨਾਲ, ਡੈਮੋਕ੍ਰੇਸੀ ਦੇ ਚਾਰੇ ਪਿੱਲਰ ਹੈਗੇ ਆ, ਆਪਾਂ ਨੂੰ ਸਾਰਿਆਂ ਨੂੰ ਰਿਸਪੌਂਸਿਬਿਲਿਟੀ ਨਾਲ ਹੀ ਅੱਗੇ ਵਧਣਾ ਪਊਗਾ। ਜਦੋਂ ਤੁਸੀਂ TRP ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆ, ਉਹ ਵੀ ਪ੍ਰੋਬਲਮ ਹੈਗੀ ਆ। ਯੈਸ, ਡੈਫੀਨੇਟਲੀ, ਕਿਉਂਕਿ ਮੈਂ ਫਰਮਲੀ ਕਹਿੰਦਾ ਤੁਸੀਂ 5-7 ਪੱਤਰਕਾਰ ਜਲੰਧਰ ਦੇ ਇਕੱਠੇ ਹੋ ਜਾਓ, ਲਓ ਮੈਂ ਤੁਹਾਨੂੰ ਦਿੰਨਾ ਵੀ ਆਹ 31,000 ਪੋਸਟਾਂ ਆ, ਇਹਨੂੰ ਭਰ ਦਈਏ ਆਪਾਂ। ਤੁਸੀਂ ਮੈਨੂੰ ਸੋਲੂਸ਼ਨ ਲਿਆ ਕੇ ਦੇ ਦਿਓ, ਮੈਂ ਉਹ ਇੰਪਲੀਮੈਂਟ ਕਰ ਲੂੰਗਾ। ਤੁਸੀਂ ਦੇਖਿਆ ਹੋਏਗਾ ਪ੍ਰਗਟ ਸਿੰਘ ਜੋ ਆਪਣੇ ਸਿੱਖਿਆ ਮੰਤਰੀ, ਉਹਨਾਂ ਦਾ ਇਹ ਪੂਰਾ ਇੰਟਰਵਿਊ ਜਿਸ ਦੇ ਵਿੱਚ ਉਹਨਾਂ ਨੇ ਅਧਿਆਪਕਾਂ ਬਾਰੇ ਗੱਲ ਕੀਤੀ। ਇਸ ਦੇ ਵਿੱਚ ਦੋ ਕੁ ਗੱਲਾਂ ਮੈਂ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ ਕਿ ਜੋ ਸਿੱਖਿਆ ਮੰਤਰੀ ਇਸ ਦੇ ਵਿੱਚ ਬਾਰ-ਬਾਰ ਕਹਿੰਦੇ ਆਏ ਆ ਕਿ 31,000 ਪੋਸਟਾਂ ਉਹਨਾਂ ਕੋਲ ਪਈਆਂ ਨੇ, ਲੇਕਿਨ ਉਹ ਸਿਰੇ ਨਹੀਂ ਚੜ੍ਹ ਰਹੀਆਂ। ਕਿਉਂਕਿ ਉਹ ਕਹਿੰਦੇ ਨੇ ਜਦ ਤੱਕ ਇਹ ਭਰਤੀਆਂ ਰੂਲਸ ਦੇ ਮੁਤਾਬਿਕ ਨਹੀਂ ਹੁੰਦੀਆਂ, ਉਦੋਂ ਤੱਕ ਇਹ ਭਰਤੀਆਂ ਪੂਰੀਆਂ ਨਹੀਂ ਹੁੰਦੀਆਂ। ਤੇ ਉਹ ਬਾਰ-ਬਾਰ ਕਦੀ ਯੂਨੀਅਨ ਨੂੰ, ਕਦੀ ਮੀਡੀਆ ਨੂੰ, ਤੇ ਕਦੀ ਜੋ ਵੀ ਉਹਨਾਂ ਕੋਲ ਸਵਾਲ ਪੁੱਛਦਾ ਉਸੇ ਤੋਂ ਉਹ ਹੱਲ ਮੰਗਣ ਲੱਗ ਜਾਂਦੇ ਕਿ ਇਹਨਾਂ ਪੋਸਟਾਂ ਦਾ ਹੱਲ ਦੱਸ ਦਿਓ, ਮੈਂ ਇਹਨਾਂ ਪੋਸਟਾਂ ਨੂੰ ਕਿਸ ਤਰ੍ਹਾਂ ਪੂਰਾ ਕਰ ਸਕਦਾ। ਤੇ ਨਾਲ ਹੀ ਉਹ ਕਹਿੰਦੇ ਕਿ ਇਹ ਪੋਸਟਾਂ ਉਦੋਂ ਤੱਕ ਪੂਰੀਆਂ ਨਹੀਂ ਹੁੰਦੀਆਂ ਜਦੋਂ ਤੱਕ ਰੂਲ ਦੇ ਮੁਤਾਬਿਕ ਨਹੀਂ ਹੁੰਦੀਆਂ। ਲੇਕਿਨ ਇੱਥੇ ਦੋ ਗੱਲਾਂ ਜਿਹੜੀਆਂ ਨੇ, ਉਹ ਕੋਈ ਵੀ ਉਹਨਾਂ ਨੂੰ ਉੱਥੇ ਕੋਈ ਵੀ ਇੰਟਰਵਿਊ ਜਿਹੜਾ ਉਹਨਾਂ ਨੂੰ ਨਹੀਂ ਪੁੱਛਦਾ ਕਿ ਅਗਰ ਰੂਲ ਦੇ ਮੁਤਾਬਿਕ ਹੀ ਭਰਤੀ ਹੋਣੀ ਔਰ ਤੁਸੀਂ ਰੂਲ ਦੇ ਮੁਤਾਬਿਕ ਹੀ ਕਰਨਾ ਚਾਹੁੰਦੇ ਹੋ ਤਾਂ ਰੂਲ ਦੇ ਮੁਤਾਬਿਕ ਹਾਲੇ ਤੱਕ ਉਹ ਭਰਤੀ ਦਾ ਨੋਟੀਫਿਕੇਸ਼ਨ ਆਊਟ ਕਿਉਂ ਨਹੀਂ ਕੀਤਾ ਗਿਆ? ਅਗਰ ਯੂਨੀਅਨ ਦੇ ਵਿੱਚ ਕਨਫਲਿਕਟ ਹੈ ਜਾਂ ਲੋਕਾਂ ਦੇ ਵਿੱਚ ਕਨਫਲਿਕਟ ਹੈ, ਉਹ ਨਹੀਂ ਚਾਹੁੰਦੇ, ਕੋਈ ਕਹਿੰਦਾ ਇਹਦਾ BEd ਹੋਵੇ, ਕੋਈ ਕਹਿੰਦਾ BEd ਨਾ ਹੋਵੇ, ਕੋਈ ਕਹਿੰਦਾ ਟੈਟ ਹੋਵੇ, ਕੋਈ ਕਹਿੰਦਾ ਟੈਟ ਨਹੀਂ ਹੋਵੇ, ਤਾਂ ਕਿਉਂ ਲੋਕਾਂ ਦੀ ਸੁਣਦੇ ਨੇ? ਕਿਉਂ ਰੂਲ ਦੇ ਮੁਤਾਬਿਕ ਹਾਲੇ ਤੱਕ ਜਿਹੜਾ ਪੋਸਟਾਂ ਦਾ ਨੋਟੀਫਿਕੇਸ਼ਨ ਹੈ ਉਹ ਆਊਟ ਨਹੀਂ ਕੀਤਾ ਗਿਆ? ਕਿਉਂਕਿ ਭਰਤੀਆਂ ਦੀ ਸਰਕਾਰ ਜਿਹੜੀ ਹੈ ਰੂਲ ਦੇ ਮੁਤਾਬਿਕ ਹੀ ਕੰਮ ਕਰੇਗੀ। ਕਿਉਂਕਿ ਕੋਈ ਵੀ ਕੰਮ ਜਿਹੜੇ ਰੂਲਸ ਤੋਂ ਬਾਹਰ ਜਾ ਕੇ ਅਗਰ ਕੀਤਾ ਜਾਏਗਾ ਤਾਂ ਓਬਵੀਅਸਲੀ ਉਹ ਜਿਹੜਾ ਹਾਈ ਕੋਰਟ ਦੇ ਵਿੱਚ ਜਾ ਕੇ ਭਰਤੀ ਜਿਹੜੀ ਫਿਰ ਸਟਕ ਹੋਣੀ ਹੀ ਹੈ। ਤੇ ਅਗਰ ਰੂਲ ਦੇ ਮੁਤਾਬਿਕ ਹੀ ਕੰਮ ਹੋਣਾ ਤਾਂ ਕਦੋਂ ਹੋਏਗਾ ਉਹ ਕੰਮ? ਕਦੋਂ ਨੋਟੀਫਿਕੇਸ਼ਨ ਰੂਲ ਦੇ ਮੁਤਾਬਿਕ ਆਊਟ ਕੀਤਾ ਜਾਊਗਾ? ਸੋ ਇਹ ਜਿਹੜਾ ਕੁਐਸਚਨ ਹੈ ਉਹ ਕੋਈ ਵੀ ਉਹਨਾਂ ਨੂੰ ਨਹੀਂ ਪੁੱਛਦਾ ਕਿ ਰੂਲ ਦੇ ਮੁਤਾਬਿਕ ਕਿਉਂ ਨਹੀਂ ਹੁੰਦਾ। ਤੇ ਜੇ ਅਗਰ ਉਹ ਇੰਨਾ ਹੀ ਕੰਮ ਰੂਲ ਦੇ ਮੁਤਾਬਿਕ ਕਰਦੇ ਨੇ, ਉਹ ਭਰਤੀਆਂ ਰੂਲ ਦੇ ਮੁਤਾਬਿਕ ਹੀ ਹੋਈਆਂ ਸੀ, ਤਾਂ ਫਿਰ ਹਾਈ ਕੋਰਟ ਦੇ ਵਿੱਚ ਜਾ ਕੇ ਉਹ ਨੋਟੀਫਿਕੇਸ਼ਨ ਰੱਦ ਕਿਉਂ ਹੋ ਗਿਆ? ਉਹਦੇ ਵਿੱਚ ਰੂਲਸ ਕਿੱਥੇ ਸੀ? ਤੇ ਅਗਰ 66-35 ਦੇ ਵਿੱਚ ਉਹਨਾਂ ਨੇ ਸਹੀ ਰੂਲਸ ਅਪਣਾਏ ਨਹੀਂ ਤਾਂ ਉਹ ਆਪਣਾ ਪੁਆਇੰਟ ਹਾਈ ਕੋਰਟ ਦੇ ਵਿੱਚ ਕਿਉਂ ਕਲੀਅਰ ਨਹੀਂ ਕਰਦੇ? ਕਿਉਂ 66-35 ਹਲੇ ਵੀ ਕੋਰਟ ਕੇਸ ਦੇ ਵਿੱਚ ਲਟਕੀ ਹੋਈ ਹੈ? ਸੋ ਰੂਲ ਦੇ ਮੁਤਾਬਿਕ ਜਿਹੜੇ ਹੈ ਉਹ ਕਿਸੇ ਹੋਰ ਨੇ ਨਹੀਂ ਦੱਸਣੇ। ਰੂਲਸ ਆਲਰੇਡੀ ਬਣੇ ਹੁੰਦੇ ਨੇ, ਸਰਕਾਰਾਂ ਨੇ ਹੀ ਬਣਾਉਣੇ ਹੁੰਦੇ ਨੇ, ਸਰਕਾਰ ਨੂੰ ਰੂਲਸ ਦਾ ਪਤਾ ਹੁੰਦਾ ਤੇ ਉਹਨਾਂ ਨੇ ਹੀ ਇਹਨਾਂ ਰੂਲਸ ਦੇ ਮੁਤਾਬਿਕ ਨੋਟੀਫਿਕੇਸ਼ਨ ਆਊਟ ਕਰਨਾ ਹੈ। ਪਰ ਹੁਣ ਇਹ ਨੋਟੀਫਿਕੇਸ਼ਨ ਕਦੋਂ ਆਊਟ ਹੋਏਗਾ ਇਸ ਬਾਰੇ ਕੋਈ ਵੀ ਉਹਨਾਂ ਨੂੰ ਕੁਐਸਚਨ ਨਹੀਂ ਕਰਦਾ। ਉਹ ਹੱਲ ਜਿਹੜਾ ਦੂਸਰੇ ਤੋਂ ਪੁੱਛਣ ਲੱਗ ਜਾਂਦੇ ਨੇ। ਹੱਲ ਕਿਸੇ ਹੋਰ ਵਿਅਕਤੀ ਨੇ ਨਹੀਂ ਦੱਸਣਾ, ਸਰਕਾਰਾਂ ਨੇ ਦੱਸਣਾ, ਇਹਨਾਂ ਨੇ ਆਪ ਹੀ ਕਰਨਾ। ਤੇ ਇਹ ਹੈ ਕਿ ਕਦੋਂ ਕਰਨਗੇ ਰੂਲਸ ਦੇ ਮੁਤਾਬਿਕ ਨੋਟੀਫਿਕੇਸ਼ਨ 2364 ਦਾ ਕਦੋਂ ਆਊਟ ਹੋਏਗਾ? ਇੱਕ ਵਾਰ ਸਿੱਖਿਆ ਮੰਤਰੀ ਕਹਿਣ ਕਿ ਆਹ ਰੂਲਸ ਨੇ
ਤੇ ਇਹ ਰੂਲਸ ਦੇ ਮੁਤਾਬਿਕ ਮੈਨੇ ਇਹ ਨੋਟੀਫਿਕੇਸ਼ਨ ਆਊਟ ਕੀਤਾ ਹੈ। ਉਸ ਤੇ ਅਗਰ ਕੋਈ ਸਵਾਲ ਉਠਾਉਂਦਾ ਕਿ ਨਹੀਂ ਇੱਦਾਂ ਹੋਣਾ ਚਾਹੀਦਾ ਜਾਂ ਇੱਦਾਂ ਨਹੀਂ ਹੋਣਾ ਚਾਹੀਦਾ, ਫਿਰ ਆਪਾਂ ਕਹਿ ਸਕਦੇ ਹਾਂ ਕਿ ਹਾਂ ਸਾਹਮਣੇ ਵਾਲਾ ਰੂਲਸ ਤੋਂ ਬਾਹਰ ਜਾ ਕੇ ਗੱਲ ਕਰ ਰਿਹਾ ਹੈ। ਪਰ ਇੱਕ ਵਾਰ ਰੂਲ ਦੇ ਮੁਤਾਬਿਕ, ਸਹੀ ਰੂਲ ਦੇ ਮੁਤਾਬਿਕ ਤਾਂ ਨੋਟੀਫਿਕੇਸ਼ਨ ਆਊਟ ਕਰੋ, ਤਾਂ ਕਿ ਉਹਨਾਂ ਰੂਲਸ ਦੇ ਕੋਈ ਚੈਲੰਜ ਨਾ ਕਰ ਸਕੇ, ਕਿਉਂਕਿ ਰੂਲਸ ਆਲਰੇਡੀ ਬਣੇ ਹੋਏ ਨੇ। ਸੋ ਰੂਲਸ ਦੇ ਮੁਤਾਬਿਕ ਤਾਂ ਕੰਮ ਹੁੰਦਾ ਨਹੀਂ ਹੈ, ਤਾਂ ਹੀ ਫਿਰ ਹਾਈ ਕੋਰਟ ਦੇ ਵਿੱਚ ਜਾ ਕੇ ਉਹ ਸਾਰੀ ਭਰਤੀਆਂ ਨੇ ਰੁਕ ਜਾਂਦੀਆਂ ਨੇ, ਕੇਸ ਨੇ ਜਿਹੜੇ ਉਹ ਲਮਕ ਜਾਂਦੇ ਨੇ ਤੇ ਭਰਤੀਆਂ ਨੇ ਜਿਹੜੀਆਂ ਉਹ ਲਟਕ ਜਾਂਦੀਆਂ ਨੇ। ਸੋ ਰੂਲਸ ਦੇ ਮੁਤਾਬਿਕ ਕੋਈ ਕੰਮ ਕਰਨਾ ਹੀ ਨਹੀਂ ਚਾਹੁੰਦਾ। ਰੂਲਸ ਦੇ ਮੁਤਾਬਿਕ ਹਾਲੇ ਤੱਕ ਕੋਈ ਵੀ ਨੋਟਿਸ ਆਊਟ ਨਹੀਂ ਕੀਤਾ ਗਿਆ। ਅਗਰ ਕੀਤਾ ਹੁੰਦਾ ਤਾਂ ਭਰਤੀਆਂ ਹਾਈ ਕੋਰਟ ਦੇ ਵਿੱਚ ਨਹੀਂ ਹੁੰਦੀਆਂ, ਤੇ ਜੇ ਹਾਈ ਕੋਰਟ ਦੇ ਵਿੱਚ ਵੀ ਔਰ ਉਹ ਰੂਲ ਦੇ ਮੁਤਾਬਿਕ ਸਹੀ ਕੰਮ ਕਰ ਰਹੇ ਨੇ, ਤੇ ਉੱਥੇ ਆਪਣਾ ਪੁਆਇੰਟ ਕਲੀਅਰ ਕਰਕੇ ਕੇਸ ਨੂੰ ਖਤਮ ਕਿਉਂ ਨਹੀਂ ਕੀਤਾ ਜਾਂਦਾ। ਸੋ ਇਹ ਜਿਹੜੇ ਕੁਐਸਚਨ ਹੈ ਉਹ ਸਰਕਾਰਾਂ ਨੂੰ ਕੋਈ ਨਹੀਂ ਪੁੱਛਦਾ, ਸਿੱਖਿਆ ਮੰਤਰੀ ਨੂੰ ਕੋਈ ਨਹੀਂ ਪੁੱਛਦਾ। ਜ਼ਰੂਰ ਇਹ ਕੁਐਸਚਨ ਜਿਹੜਾ ਸਿੱਖਿਆ ਮੰਤਰੀ ਨੂੰ ਕਰਨਾ ਚਾਹੀਦਾ ਕਿ ਉਹ ਕਿਉਂ ਹੱਲ ਜਿਹੜਾ ਦੂਸਰਿਆਂ ਤੋਂ ਪੁੱਛਦੇ ਨੇ। ਰੂਲਸ ਉਹਨਾਂ ਨੂੰ ਕੀ ਪਤਾ ਨਹੀਂ ਹੈ, ਔਰ ਅਗਰ ਪਤਾ ਨਹੀਂ ਤਾਂ ਰੂਲਸ ਦੇ ਮੁਤਾਬਿਕ ਨੋਟੀਫਿਕੇਸ਼ਨ ਕਦੋਂ ਆਊਟ ਕੀਤਾ ਜਾਏਗਾ। ਉਹਨਾਂ ਰੂਲਸ ਨੂੰ ਹਰ ਕੋਈ ਮੰਨੇਗਾ, ਕਿਉਂਕਿ ਰੂਲਸ ਦੇ ਮੁਤਾਬਿਕ ਅਗਰ ਕੰਮ ਹੋਏਗਾ। ਇਸੇ ਤਰ੍ਹਾਂ ਅਗਰ ਆਪਾਂ ਅਸਿਸਟੈਂਟ ਪ੍ਰੋਫੈਸਰ ਦੀ ਗੱਲ ਕਰ ਲਈਏ, ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਵੀ ਰੂਲਸ ਤੋਂ ਬਾਹਰ ਜਾ ਕੇ ਹੋਈ, ਇਸੇ ਕਰਕੇ ਉਹਨਾਂ ਦੇ ਤੇ ਸਟੇ ਲੱਗਿਆ। ਪਤਾ ਉਹਨਾਂ ਦੇ ਭਰਤੀ ਦਾ ਜਿਹੜਾ ਕ੍ਰਾਈਟੇਰੀਆ ਸੀ ਉਹ ਡਿਫਰੈਂਟ ਕ੍ਰਾਈਟੇਰੀਆ ਸੀ, ਲੇਕਿਨ ਉਸ ਨੂੰ ਇਗਨੋਰ ਕਰਕੇ ਐਗਜ਼ਾਮ ਜਿਹੜਾ ਰੱਖਿਆ ਗਿਆ ਉਹਨਾਂ ਦਾ, ਤੇ ਉਸ ਦੇ ਵਿੱਚ ਵੀ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਐਗਜ਼ਾਮ ਨਹੀਂ ਲਿੱਤਾ ਗਿਆ, ਤੇ ਹੋਰ ਵੀ ਬਹੁਤ ਸਾਰੀ ਜਿਹੜੀਆਂ ਗੱਲਾਂ ਉਹਦੇ ਵਿੱਚ ਹੋਈਆਂ, ਜਿਹਦੇ ਕਰਕੇ ਉਹ ਭਰਤੀ ਜਿਹੜੀ ਹੈ ਰੁਕ ਗਈ ਤੇ ਲੱਗ ਗਈ। ਸੋ ਰੂਲ ਦੇ ਮੁਤਾਬਿਕ ਕੰਮ ਤੱਕ ਕਿਸੇ ਵੀ ਭਰਤੀ ਦੇ ਵਿੱਚ ਰੂਲਸ ਦੇ ਮੁਤਾਬਿਕ ਕੋਈ ਕੰਮ ਨਹੀਂ ਕੀਤਾ ਗਿਆ, ਤਾਂ ਹੀ ਭਰਤੀਆਂ ਜਿਹੜੀਆਂ ਉਹ ਲਟਕ ਜਾਂਦੀਆਂ ਨੇ। ਅਗਰ ਰੂਲਸ ਦੇ ਮੁਤਾਬਿਕ ਕੀਤਾ ਹੁੰਦਾ ਜਾਂ ਕਰਨਾ ਚਾਹੁੰਦੇ ਹੁੰਦੇ ਤਾਂ ਹੁਣ ਨੂੰ ਇਹ ਭਰਤੀਆਂ ਪੂਰੀਆਂ ਹੋ ਜਾਂਦੀਆਂ। ਪਰ ਇਹ ਸਵਾਲ ਜਿਹੜਾ ਉਹਨਾਂ ਦਾ ਕੋਈ ਨਹੀਂ ਪੁੱਛਦਾ। ਸੋ ਇਹ ਸਵਾਲ ਜ਼ਰੂਰ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਉਹ ਰੂਲਸ ਦੇ ਮੁਤਾਬਿਕ, ਰੂਲਸ ਉਹਨਾਂ ਨੂੰ ਪਤਾ ਨਹੀਂ, ਉਹਨਾਂ ਨੇ ਨੋਟੀਫਿਕੇਸ਼ਨ ਕੱਢਣੇ ਨੇ, ਤਾਂ ਕਦੋਂ ਰੂਲਸ ਦੇ ਮੁਤਾਬਿਕ ਨੋਟੀਫਿਕੇਸ਼ਨ ਕਦੋਂ ਕੱਢਿਆ ਜਾਏਗਾ। ਇਸ ਤੋਂ ਇਲਾਵਾ ਉਹਨਾਂ ਨੇ, ਜਿਵੇਂ ਤੁਹਾਨੂੰ ਇੰਟਰਵਿਊ ਦੇ ਵਿੱਚ ਸੁਣਿਆ ਹੋਇਆ, ਜਿਹੜੀਆਂ ਪੋਸਟਾਂ 4185 ਪੋਸਟਾਂ ਜਿਹੜੀਆਂ ਨੇ ਉਹ ਕਈਆਂ ਨੇ ਕਿ ਬੀਐਡ ਦੀਆਂ ਨਵੀਆਂ ਜਿਹੜੀਆਂ ਉਹਨਾਂ ਨੇ ਅਪਰੂਵ ਕਰਵਾਈਆਂ ਨੇ, ਉਹ 4185 ਪੋਸਟਾਂ ਨੇ। ਹਾਲਾਂਕਿ ਬੀਐਡ ਵਾਲਿਆਂ ਦਾ ਜੋ ਪ੍ਰੋਟੈਸਟ ਚੱਲ ਰਿਹਾ ਉਹ ਐਸਐਸਟੀ, ਪੰਜਾਬੀ, ਹਿੰਦੀ 3 ਸਬਜੈਕਟ ਦੀਆਂ 9000 ਪੋਸਟਾਂ ਦੀ ਡਿਮਾਂਡ ਕਰ ਰਹੇ ਨੇ, ਤੇ ਟੋਟਲ ਬੀਐਡ ਦੀਆਂ 18000 ਪੋਸਟਾਂ ਦੀ ਡਿਮਾਂਡ ਕਰ ਰਹੇ ਨੇ। ਕਮ ਸੇ ਕਮ 9000 ਪੋਸਟਾਂ 3 ਸਬਜੈਕਟ ਦੀਆਂ ਜ਼ਰੂਰ ਆਉਣ, ਲੇਕਿਨ ਬੀਐਡ ਦੀਆਂ 4185 ਪੋਸਟਾਂ ਹੀ ਉਹਨਾਂ ਨੇ ਅਪਰੂਵ ਕਰਵਾਈਆਂ ਨੇ। ਇਹ ਉਹਨਾਂ ਨੇ ਆਪਣੇ ਮੂੰਹੋਂ ਕਿਹਾ ਕਿ 4185 ਪੋਸਟਾਂ ਜਿਹੜੀਆਂ ਉਹ ਮੈਂ ਲੈ ਕੇ ਆ ਰਿਹਾ ਹਾਂ। ਬਾਕੀ ਡਿਟੇਲ ਦੇ ਵਿੱਚ ਬਾਈਫਿਕੇਸ਼ਨ ਹੋ ਕੇ ਕਿ ਸਬਜੈਕਟ ਦੀਆਂ ਕਿੰਨੀਆਂ ਨੇ, ਉਹ ਜਿਹੜੇ ਜਿਵੇਂ ਆਫੀਸ਼ੀਅਲ ਨੋਟੀਫਿਕੇਸ਼ਨ, ਡਿਟੇਲ ਨੋਟੀਫਿਕੇਸ਼ਨ ਆਏਗਾ ਉਸ ਤੋਂ ਹੀ ਪਤਾ ਲੱਗ ਸਕਦਾ ਹੈ। ਔਰ ਇਹਦਾ ਵੀ ਨੋਟੀਫਿਕੇਸ਼ਨ ਕਦੋਂ ਜਾਰੀ ਹੋਏਗਾ ਕੁਝ ਹਾਲੇ ਕਹਿ ਨਹੀਂ ਸਕਦੇ, ਕਿਉਂਕਿ ਇਸ ਬਾਰੇ ਪ੍ਰਗਟ ਸਿੰਘ ਜੀ ਨੇ ਕੁਝ ਨਹੀਂ ਦੱਸਿਆ। ਸੋ ਇਹ ਕੁਝ ਪੁਆਇੰਟਸ ਜਿਹੜੇ ਮੈਂ ਤੁਹਾਡੇ ਨਾਲ ਸਾਂਝਾ ਕਰਨੇ ਸੀ ਕਿ ਕੋਈ ਵੀ ਉਹਨਾਂ ਨੂੰ ਸਵਾਲ ਪੁੱਛਦਾ ਜਾਂ ਕਿਸੇ ਨੂੰ ਵੀ ਮੌਕਾ ਲੱਗਦਾ ਸਿੱਖਿਆ ਮੰਤਰੀ ਤੋਂ ਸਵਾਲ ਪੁੱਛਣ ਦਾ, ਤਾਂ ਜ਼ਰੂਰ ਇਹ ਪੁੱਛਿਓ ਕਿ ਅਗਰ ਉਹ ਹਰ ਵਾਰ ਇਹ ਕਹਿ ਕੇ ਟਾਲ ਦਿੰਦੇ ਨੇ ਕਿ ਮੈਨੂੰ ਤੁਸੀਂ ਦੱਸੋ ਕੀ ਹੱਲ ਕਰਨਾ ਹੈ, ਰੂਲ ਦੇ ਮੁਤਾਬਿਕ ਹੱਲ ਕਰਾਂਗੇ ਤਾਂ ਹੀ ਭਰਤੀ ਪੂਰੀ ਹੋਏਗੀ, ਤਾਂ ਜ਼ਰੂਰ ਉਹਨਾਂ ਤੋਂ ਪਲਟ ਕੇ ਇਹ ਸਵਾਲ ਜ਼ਰੂਰ ਪੁੱਛਿਓ ਕਿ ਰੂਲ ਦੇ ਮੁਤਾਬਿਕ ਅਗਰ ਭਰਤੀ ਕਰਨੀ ਹੈ ਤਾਂ ਕਦੋਂ ਕਰੋਗੇ, ਰੂਲ ਦੇ ਮੁਤਾਬਿਕ ਨੋਟੀਫਿਕੇਸ਼ਨ ਕਿਸ ਦਿਨ ਆਊਟ ਕਰੋਗੇ, ਜਿਸ ਤੇ ਐਸੇ ਰੂਲ ਦੇ ਮੁਤਾਬਿਕ, ਸਹੀ ਰੂਲ ਦੇ ਮੁਤਾਬਿਕ ਭਰਤੀ ਦਾ ਨੋਟੀਫਿਕੇਸ਼ਨ ਕਿਸ ਦਿਨ ਆਊਟ ਹੋਊਗਾ, ਜਿਸ ਤੇ ਹਾਈ ਕੋਰਟ ਤੇ ਜਾ ਕੇ ਕੋਈ ਚੈਲੰਜ ਨਾ ਕਰ ਸਕੇ। ਤਾਂ ਇਸ ਕਿ ਜੀ ਮੇਰੇ ਵਿਚਾਰ ਕਿ ਭਰਤੀਆਂ ਉਦੋਂ ਪੂਰੀਆਂ ਹੋ ਸਕਦੀਆਂ ਜਦੋਂ ਸਰਕਾਰ ਚਾਹੇ ਰੂਲ ਦੇ ਮੁਤਾਬਿਕ ਭਰਤੀਆਂ ਪੂਰੀਆਂ ਕਰਨਾ, ਅਦਰਵਾਈਜ਼ ਭਰਤੀਆਂ ਪੂਰੀਆਂ ਨਹੀਂ ਹੋ ਸਕਦੀਆਂ, ਔਰ ਇਹਦਾ ਹੱਲ ਵੀ ਸਰਕਾਰ ਕੋਲ ਹੀ ਹੈ, ਕਿਸੇ ਹੋਰ ਕੋਲ ਨਹੀਂ ਹੈ। ਸੋ ਇਹ ਸੀਗੇ ਜੀ ਮੇਰੇ ਵਿਚਾਰ। ਬਾਕੀ ਤੁਹਾਡੇ ਇਸ ਨੂੰ ਲੈ ਕੇ ਕੀ ਵਿਚਾਰ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਿਓ, ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਭ ਤੱਕ ਇਨਫੋਰਮੇਸ਼ਨ ਪਹੁੰਚ ਸਕੇ, ਤਾਂ ਕਿ ਕਦੋਂ ਵੀ ਕਿਸੇ ਨੂੰ ਵੀ ਮੌਕਾ ਲੱਗਦਾ ਅਗਰ ਉਹਨਾਂ ਨੂੰ ਕੋਈ ਵੀ ਗੱਲ ਪੁੱਛਣ ਦਾ, ਤਾਂ ਜ਼ਰੂਰ ਇਹ ਗੱਲ ਜਿਹੜੀ ਉਹਨਾਂ ਨੂੰ ਪੁੱਛ ਸਕੇ। ਥੈਂਕ ਯੂ।